प्यारी साध संगत जी, अज बहुत ही सानू खुशी का माहौल है, बहुत ही खुशी प्राप्त हुई है। अज असी महाराज जी के तप स्थान विखे आके महाराज जी के तप स्थान के दर्शन दीदारे कर रहे हैं। अज महाराज जी के हत्थों की लगी हुई बेरी के दर्शन करते हैं। सुआओ गुरु प्यारी साध संगत जी, आप जानते हैं इस स्थान के इतिहास बारे। जय गुरुदेव, धन गुरुदेव। ऐसी तुझ बिन कौन करे, ऐसी तुझ बिन कौन करे। गरीब नवाज गुसैया मेरा, गरीब नवाज गुसैया मेरा, मात छतरी तरह, मात छतरी तरह, ऐसी ला तुझ बिन कौन करे। जय गुरुदेव, धन गुरुदेव। गुरु प्यारी साध संगत जी, अज असी धन धन बाबा पिपल दास जी तप स्थान, गुरु सरवण दास जी जन्म स्थान, गैलपति जिला बठिंडा ਨੂੰ डेरा सचखंड बल्ला तो बाई रोड जा रहे हैं। गुरु प्यारी साध संगत जी, बाबा पिपल दास जी तप स्थान ਨੂੰ ਜਾਣ ਵਾਸਤੇ डेरा सचखंड बल्ला तो तकरीबन 190 किलोमीटर का सफ़र है, जो कि डेरा सचखंड बल्ला तो असी पहला जलंधर जावांगे, जलंधर तो फिर नकोदर जावांगे, नकोदर तो होंदे मलसीਆਂ शाहकोट, धर्मकोट, मोगा, बागा पुराना और कोटकपूरा। कोटकपूरा तो जो हाईवे बनया है बठिंडे वास्ते उस ते जावांगे, और गोनियाना तो 3-4 किलोमीटर अगे गैलपत्ती परल सिटी के बिल्कुल सामने बाबा पिपल दास जी का तप स्थान, जो कि रोड के सज्जे पासे है। और ये रोड जो कि बहुत ही वधिया बनया होया है, और रास्ते में सानू 3 टोल प्लाजे पैंदे आ। पहला टोल प्लाजा सतलुज दरिया पार करके, और दूसरा टोल प्लाजा सानू बागे पुराने के कोल पैंदा है, और तीसरा गोनियाना मंडी के कोल पैंदा है, जो कि रोड बहुत ही वधिया है। दोनों पासे हरियाली हरियाली है, बहुत वधिया है। आ तुसी हुण देख सकते हो, बहुत वधिया माहौल है। और सतगुरां दे दरबार मालवा दे विच जो तप स्थान है पैंदा है। और दुआबे तो मालवे की धरती ते असीं जा रहे हैं।
ਜੈ ਗੁਰਦੇਵ ਧੰਨ ਗੁਰਦੇਵ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਸਾਡੀ ਯਾਤਰਾ ਬਹੁਤ ਵਧੀਆ ਹੋਈ। ਅਸੀਂ 3 ਘੰਟਿਆਂ ਬਾਅਦ ਡੇਰਾ ਸੱਚਖੰਡ ਬੱਲਾ ਤੋਂ ਅਸੀਂ 6 ਵਜੇ ਚੱਲੇ ਸੀਗੇ ਤੇ ਅਸੀਂ ਹੁਣ ਲਗਭਗ 9:30 ਹੋਏ ਆ। ਆਪਾਂ ਧੰਨ ਧੰਨ ਡੇਰਾ ਬਾਬਾ ਪਿੱਪਲ ਦਾਸ ਜੀ ਤਪ ਸਥਾਨ ਬਾਬਾ ਜੀ ਦਾ ਜੋ ਬਣਿਆ ਹੈ, ਅਸੀਂ ਉੱਥੇ ਅੱਜ ਪਹੁੰਚ ਚੁੱਕੇ ਹਾਂ। ਸੋ ਆਓ ਗੁਰੂ ਪਿਆਰੀ ਸਾਧ ਸੰਗਤ, ਆਪਾਂ ਤੁਹਾਨੂੰ ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਕਰਾ ਰਹੇ ਹਾਂ। ਇਹ ਦਰਬਾਰ ਉਸਾਰੀ ਅਧੀਨ ਹੈ, ਬਣਿਆ ਤਾਂ ਪਹਿਲੇ ਦਾ ਹੈ ਪਰ ਹੁਣ ਜੋ ਨਵਾਂ ਹਾਲ ਜੋ ਬਣ ਰਿਹਾ ਹੈ ਉਹ ਉਸਾਰੀ ਅਧੀਨ ਹੈ। ਲੈਂਟਰ ਤੱਕ ਪਹੁੰਚ ਚੁੱਕਾ ਹੈ, ਲੈਂਟਰ ਪੈਣਾ ਹੈ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆ ਦੇਖੋ ਇੰਨੇ ਸੋਹਣੇ ਬੂਟੇ ਦਰਖਤ ਲੱਗੇ ਹੋਏ ਨੇ, ਹਰਿਆ ਭਰਿਆ ਮਹਾਰਾਜ ਜੀ ਦਾ ਜੋ ਤਪ ਸਥਾਨ ਹੈ ਉਹ ਇੰਨਾ ਬਹੁਤ ਹੀ ਸੋਹਣਾ ਸੁੰਦਰ ਦ੍ਰਿਸ਼ ਹੈ। ਇੱਧਰ ਆਪਾਂ ਤੁਹਾਨੂੰ ਦਿਖਾਉਂਦੇ ਆ ਜੋ ਮਹਾਰਾਜ ਬਾਬਾ ਪਿੱਪਲ ਦਾ ਮਹਾਰਾਜ ਜੀ ਦੀ ਹੱਥਾਂ ਦੀ ਲੱਗੀ ਹੋਈ ਬੇਰੀ, ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ। ਠੀਕ ਹੈ ਜੀ, ਆਪਾਂ ਸਾਰੇ ਤੁਹਾਨੂੰ ਜੋ ਵੀ ਡੇਰੇ ਦਾ ਇਤਿਹਾਸ ਆ ਆਪਾਂ ਉਹਦੇ ਬਾਰੇ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ। ਇਹ ਜੋ ਬੇਰੀ ਹੈ ਇਹ ਬਾਬਾ ਪਿੱਪਲ ਦਾ ਮਹਾਰਾਜ ਜੀ ਨੇ ਆਪਣੇ ਹੱਥੀਂ ਲਗਾਈ। ਇਹ ਜੋ ਜਗ੍ਹਾ ਸੀ ਇਹ ਬਾਬਾ ਪਿੱਪਲ ਦਾ ਜੀ ਇੱਥੇ ਖੇਤੀ ਕਰਿਆ ਕਰਦੇ ਸਨ ਤੇ ਇਹ ਉਹ ਜਗ੍ਹਾ ਹੈ। ਤੇ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਨੇ ਡੇਰਾ ਬੱਲਾ ਦੇ ਗੱਦੀ ਨਸ਼ੀਨ ਮਹਾਂਪੁਰਸ਼ਾਂ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਇਹ ਅਸਥਾਨ ਜੋ ਤਿਆਰ ਕਰਕੇ ਸੰਗਤਾਂ ਨੂੰ ਭੇਂਟ ਕੀਤਾ ਹੈ। ਅੱਜ ਬਹੁਤ ਹੀ ਗਿਣਤੀ ਦੇ ਵਿੱਚ ਸੰਗਤਾਂ ਇਸ ਦਰਬਾਰ ਦੇ ਦਰਸ਼ਨ ਕਰਨ ਆਉਂਦੀਆਂ ਨੇ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਜੋ ਇਸ ਅਸਥਾਨ ਦਾ ਜੋ ਇਤਿਹਾਸ ਹੈ ਆਪਾਂ ਉਸੇ ਬਾਰੇ ਜਾਣੂ ਹੁੰਦੇ ਹਾਂ ਜੀ। ਜੈ ਗੁਰਦੇਵ ਧੰਨ ਗੁਰਦੇਵ। ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਕੀ ਜੈ। ਵਾਹ ਜੀ ਵਾਹ। ਆਦਰਨੀय ਗੁਰੂ ਪਿਆਰੀ ਸਾਧ ਸੰਗਤ ਜੀ, ਵਾਹ ਜੀ ਵਾਹ। ਇਹ ਬਹੁਤ ਸੋਹਣਾ ਵ੍ਰਿਸ਼ ਜੋ ਤਪੋ ਸਥਾਨ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਦਾ ਸਥਾਨ ਹੈ। ਜੋ ਬਾਬਾ ਪਿੱਪਲ ਦਾਸ ਮਹਾਰਾਜ ਜੀ ਦਾ ਪਿਛਲਾ ਪਿੰਡ ਕੁੱਤੀਵਾਲਾ ਸੀ। ਪਿੰਡ ਕੁੱਤੀਵਾਲਾ ਤੋਂ ਪਿੰਡ ਵਾਲੇ ਗਿੱਲਪੱਤੀ ਦੇ ਜੋ ਸ਼ਰਧਾਲੂ ਸਨ ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਦੇ ਪਿੰਡ ਕੁੱਤੀਵਾਲਾ ਵਿਖੇ ਗਏ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ, ਸਾਡੇ ਪਿੰਡ ਵਿੱਚ ਮੌਤਾਂ ਬਹੁਤ ਹੁੰਦੀਆਂ, ਪਿੰਡ ਦੇ ਬੱਚੇ ਬਹੁਤ ਬਿਮਾਰ ਰਹਿੰਦੇ ਆ, ਦੁੱਖਾਂ 'ਚ ਭਰੇ ਆ, ਪੈਸਾ ਨਹੀਂ ਜੁੜਦਾ, ਕਿ ਤੁਸੀਂ ਕਿਰਪਾ ਕਰੋ ਸਾਡੇ ਪਿੰਡ ਆਓ ਤੇ ਸਾਡੇ ਬੱਚਿਆਂ ਦਾ, ਸਾਡੇ ਪਿੰਡ ਦਾ ਉਧਾਰ ਕਰੋ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਆਪਣੀ ਧਰਮ ਪਤਨੀ ਨਾਲ ਪਿੰਡ ਗਿੱਲਪੱਤੀ ਵਿਖੇ ਆਏ। ਆ ਕੇ ਉਸ ਦਰਬਾਰ ਵਿੱਚ ਪਿੰਡ ਵਿੱਚ ਰਹਿਣ ਲੱਗੇ ਤੇ ਸਤਿਗੁਰੂ ਬਾਬਾ ਸਰਵਣ ਦਾਸ ਮਹਾਰਾਜ ਜੀ ਦਾ ਜਨਮ ਜਿਹੜਾ ਪਿੰਡ ਗਿੱਲਪੱਤੀ ਵਿਖੇ ਹੋਇਆ ਤੇ ਬਹੁਤ ਸਾਰੀਆਂ ਸੰਗਤਾਂ ਨੇ ਸਤਿਗੁਰੂ ਸਵਾਮੀ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਮੁਬਾਰਕਾਂ ਦਿੱਤੀਆਂ ਕਿ ਆਪ ਜੀ ਦੇ ਘਰ ਵਿੱਚ ਪੁੱਤਰ ਦੀ ਦਾਤ ਬਖਸ਼ਿਸ਼ ਹੋਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਜਿੱਥੇ ਅੱਜ ਤੁਸੀਂ ਬੈਠੇ ਹੋ, ਜਿੱਥੇ ਤੁਸੀਂ ਇਸ ਅੱਜ ਬੇਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇਹ ਬੇਰੀ ਜੋ ਬਾਬਾ ਪਿੱਪਲ ਦਾਸ ਮਹਾਰਾਜ ਜੀ ਦੇ ਆਪਣੇ ਹੱਥੀਂ ਲੱਗੀ ਸਨ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਵੀ ਇਹ ਹਰੀ ਭਰੀ ਬੇਰੀ ਹੈ। ਲਗਭਗ ਇਸ ਨੂੰ 150-200 ਸਾਲ ਹੋ ਗਏ ਲੱਗੀ ਨੂੰ। ਉਸ ਸਮੇਂ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਤੋਂ ਇਸ ਜਗ੍ਹਾ ਦੇ ਉੱਤੇ, ਧਰਤੀ ਦੇ ਉੱਤੇ ਖੇਤੀਬਾੜੀ ਦਾ ਕੰਮ ਕਰਦੇ ਸੀ ਤੇ ਉੱਥੇ ਛਾਵੇਂ ਬੈਠਣਾ, ਲੰਗਰ ਪਾਣੀ ਛਕਣਾ, ਭਜਨ ਕਰਨਾ, ਸਿਮਰਨ ਕਰਨਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਬੇਰੀ ਥੱਲੇ ਬੈਠ ਕੇ ਆਪਣਾ ਨਿਤਨੇਮ ਕਰਦੇ ਸਨ। ਤੇ ਇਹ ਅੱਜ ਬੇਰੀ ਸੁਸ਼ੋਭਿਤ ਹੈ। ਕੁਝ ਸਮੇਂ ਬਾਅਦ 5-6 ਸਾਲ ਦੀ ਉਮਰ ਵਿੱਚ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਦੀ ਧਰਮ ਪਤਨੀ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਦੇ ਮਾਤਾ ਜੀ ਜੀਵਨ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਵਰਾਜੇ ਸਨ। ਤੇ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਆਪਣੀ ਮਾਤਾ ਜੀ ਦਾ ਵਿਛੋੜਾ ਚੱਲਦੇ ਹੋਏ ਬੜਾ ਪਰੇਸ਼ਾਨ, ਟੈਨਸ਼ਨ ਦੇ ਵਿੱਚ ਰਹਿੰਦੇ ਸੀ, ਮਨ ਨਹੀਂ ਲੱਗਦਾ ਸੀ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਇਸ ਪਿੰਡ ਨੂੰ ਛੱਡਦੇ ਹੋਏ
ਪਿੰਡ ਬੱਲਾਂ ਵਿਖੇ ਰਹਿਣ ਲੱਗੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਦੀ ਵੀ ਇੱਕ ਬਹੁਤ ਲੰਮੀ ਕਹਾਣੀ ਹੈ। ਇੱਕ ਵਾਰ ਸੁਣਿਆ ਆ ਕਿ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਪਿੰਡ ਬੱਲਾਂ ਵਿਖੇ ਜਦੋਂ ਗਏ, ਉੱਥੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਅੰਗ ਘਟੀ ਭਜਨ ਉਹਨਾਂ ਨੇ ਕੀਤਾ ਸੀ। ਅੰਗ ਘਟੀ ਭਜਨ ਜਿਹੜਾ ਸੀ ਉਹ ਕੇਵਲ ਤੇ ਕੇਵਲ ਪੂਰਨ ਮਹਾਪੁਰਸ਼ ਕਰਦੇ ਸਨ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੋਵੇ, ਸਰੀਰ ਦਾ ਗਿਆਨ ਹੋਵੇ, ਪਰਮਾਤਮਾ ਦਾ ਗਿਆਨ ਹੋਵੇ, ਉਹ ਮਹਾਪੁਰਸ਼ ਇਹੋ ਜਿਹੀ ਬੰਦਗੀ ਕਰਦੇ ਸਨ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜਦੋਂ ਇੱਥੋਂ ਪਿੰਡ ਬੱਲਾਂ ਵਿਖੇ ਗਏ, ਉਹਨਾਂ ਨੇ ਪਹਿਲੀ ਰਾਤ ਉਹਨਾਂ ਨੇ ਇਹ ਅੰਗ ਘਟੀ ਭਜਨ ਕੀਤਾ ਸੀ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅੰਗ ਘਟੀ ਭਜਨ ਕੀਤਾ ਤੇ ਇੱਕ ਮਾਤਾ, ਉਹਦਾ ਹੁਣ ਮੈਨੂੰ ਨਾਮ ਯਾਦ ਨਹੀਂ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਮਾਤਾ ਨੇ ਤੜਕੇ ਜਦੋਂ ਉਹ ਵੀ ਗੁਰਦੁਆਰੇ ਮੱਥਾ ਟੇਕਣ ਵਾਸਤੇ ਜਾਂਦੀ ਸਨ, ਤੇ ਉਸਨੇ ਜਦੋਂ ਦੇਖਿਆ ਪਿੰਡ ਬੱਲਾਂ ਵਿਖੇ ਇੱਕ ਥੜਾ ਬਣਿਆ ਹੋਇਆ ਕਿ ਉੱਥੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਕੋਈ ਵੱਢ ਕੇ ਜਾਂ ਉਹਨਾਂ ਦਾ ਸਰੀਰ ਦਾ ਕਿਸੇ ਨੇ ਖੇਦੀ ਕੀਤੀ ਹੈ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੇ ਜਾ ਕੇ ਆਪਣੇ ਘਰੇ ਵਿਖੇ ਜਾ ਕੇ ਰੌਲਾ ਪਾਇਆ ਕਿ ਆਪਣੇ ਪਿੰਡ ਦੇ ਵਿੱਚ ਕੋਈ ਸੰਤ ਆਏ ਹਨ, ਉਹਨਾਂ ਨੂੰ ਕੋਈ ਥੜੇ ਉੱਤੇ ਕੋਈ ਵੱਢ ਕੇ ਸੁੱਟ ਗਿਆ ਆ। ਤੇ ਸਾਰੇ ਪਿੰਡ ਵਾਲੇ ਲੋਕ ਇਕੱਠੇ ਹੋ ਕੇ ਆਏ, ਆ ਕੇ ਦੇਖਿਆ ਕਿ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜਦੋਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਤਿਗੁਰੂ ਸਵਾਮੀ ਬਾਬਾ ਪਿੱਪਲ ਦਾਸ ਮਹਾਰਾਜ ਜੀ ਚੌਂਕੜੀ ਮਾਰ ਕੇ ਬੈਠੇ ਸਨ। ਤੇ ਉਹ ਮਾਤਾ ਹੈਰਾਨ ਹੋ ਗਈ, ਸਾਰੇ ਪਿੰਡ ਵਾਲੇ ਲੋਕ ਇਕੱਠੇ ਹੋ ਗਏ, ਤੇ ਉਹਨਾਂ ਨੇ ਕਹਿੰਦੀ ਮੈਂ ਖੁਦ ਆਪਣੇ ਅੱਖੀ ਦੇਖਿਆ ਸੀ ਕਿ ਇਹਨਾਂ ਦੀ ਧੌਣ ਜਿਹੜੀ ਆ, ਗਰਦਨ ਜਿਹੜੀ ਆ ਉਹ ਕਿਤੇ ਪਈ ਆ, ਧੜ ਕਿਤੇ ਪਈ ਆ, ਲੱਤਾਂ ਕਿਤੇ ਪਈਆਂ, ਸਰੀਰ ਕਿਤੇ ਪਿਆ ਹੋਇਆ। ਕਹਿੰਦੀ ਮੈਂ ਖੁਦ ਆਪਣੇ ਅੱਖੀ ਦੇਖਿਆ ਸੀ। ਤੇ ਪਿੰਡ ਵਾਲੇ ਕੁਛ ਕਹਿਣ ਲੱਗੇ, ਕਹਿੰਦੇ ਮਹਾਰਾਜ ਤੁਸੀਂ ਇਸ ਆਪਣੇ ਪਿੰਡ ਨੂੰ ਛੱਡ ਕੇ ਸਾਡੇ ਪਿੰਡ ਨੂੰ ਤੁਸੀਂ ਕਿਤੇ ਹੋਰ ਅਸਥਾਨ ਲੈ ਲਓ, ਹੋਰ ਜਗ੍ਹਾ ਲੈ ਲਓ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਕੁਛ ਪਿੰਡ ਵਾਲੇ ਹੋਰ ਸਿਆਣੇ ਬਜ਼ੁਰਗ ਕਹਿਣ ਲੱਗੇ ਪੂਰਨ ਮਹਾਪੁਰਸ਼ ਹੈ, ਸੰਤ ਹੈ, ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਭੇਜੋ, ਆਪਣੇ ਪਿੰਡ ਦੇ ਵਿੱਚ ਕੁਛ ਵੀ ਹੋ ਸਕਦਾ ਹੈ ਜਿਹੜੇ ਇਹੋ ਜਿਹਾ ਭਜਨ ਕਰਦੇ ਆ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਆ ਤੁਸੀਂ ਇੱਕ ਪਿੱਪਲ ਲੱਗਾ ਹੋਇਆ ਸਾਡੇ, ਕਹਿੰਦੇ ਉਹ ਕੇਵਲ ਪੂਰਨ ਰੂਪ ਦੇ ਵਿੱਚ ਸੁੱਕਾ ਸੀ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ ਇਸ ਪਿੱਪਲ ਨੂੰ ਜੇ ਤੁਸੀਂ ਹਰਾ ਕਰ ਦੋਗੇ ਤੇ ਤਾਂ ਤੁਸੀਂ ਇਸ ਪਿੰਡ ਵਿੱਚ ਰਹਿ ਸਕਦੇ ਹੋ। ਤੇ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੇ ਉਸ ਪਿੱਪਲ ਨੂੰ ਹਰਾ ਕੀਤਾ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਦਿਨ ਤੋਂ ਉਹਨਾਂ ਦਾ ਨਾਮ ਜਿਹੜਾ ਸੀ ਸੰਤ ਬਾਬਾ ਪਿੱਪਲ ਦਾਸ ਮਹਾਰਾਜ ਜੀ ਪਿਆ ਹੋਇਆ ਸੀ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਦਿਨ ਤੋਂ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ, ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਉਸ ਪਿੰਡ ਵਿੱਚ ਰਹਿਣ ਲੱਗੇ। ਡੇਕਾਂ ਵਾਲਾ ਪਿੰਡ ਉਸ ਨੂੰ ਕਿਹਾ ਜਾਂਦਾ ਸੀ। ਤੇ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਦਾ ਬੜਾ ਮਨ ਲੱਗਦਾ ਸੀ ਉਸ ਪਿੰਡ ਵਿੱਚ। ਤੇ ਅੱਜ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਹੀ ਸੰਗਤ ਉਹਨਾਂ ਦੇ ਦੀਦਾਰ ਕਰਦੀ ਹੈ। ਪਹਿਲੇ ਨਰਾਤੇ ਵਾਲੇ ਦਿਨ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਵਰਾਜੇ ਸਨ। ਅੱਜ ਵੀ ਉਸ ਡੇਰੇ ਨੂੰ 4 ਚੰਦ ਲੱਗੇ ਹਨ। ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ, ਸਤਿਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਜਿਨ੍ਹਾਂ ਨੇ ਉਹਨਾਂ ਦੀਆਂ ਸੇਵਾਵਾਂ ਕੀਤੀਆਂ, ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਦੇ ਅਸਥਾਨ ਦੀਆਂ, ਔਰ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ, ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਜੋ ਮੌਜੂਦਾ ਗੱਦੀ ਨਸ਼ੀਨ ਸੇਵਾਵਾਂ ਨਿਭਾ ਰਹੇ ਹਨ। ਇਹ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਰਵਿਦਾਸੀਆ ਕੌਮ ਨੂੰ ਡੇਰਾ ਸੱਚਖੰਡ ਬੱਲਾਂ ਹੀ ਹੈ ਇੱਕ ਜਿਹੜਾ ਪ੍ਰੇਰਣਾ ਦੇ ਰਿਹਾ, ਰਾਹ 'ਤੇ ਚਲਾ ਰਿਹਾ ਅੰਮ੍ਰਿਤ ਬਾਣੀ, ਅੰਮ੍ਰਿਤ ਗ੍ਰੰਥ ਜੋ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਨੇ ਸੰਗਤਾਂ ਵਿੱਚ ਰੱਖਿਆ ਹੋਇਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਵੀ ਕੁਝ ਫਰਜ਼ ਬਣਦੇ ਹਨ ਕਿ ਅਸੀਂ ਉਸ ਬਾਣੀ ਨੂੰ ਪੜ੍ਹੀਏ, ਆਪਣੇ ਮੰਦਰਾਂ ਵਿੱਚ ਸ਼ੋਭਿਤ ਕਰੀਏ, ਬੱਚਿਆਂ ਨੂੰ ਬਾਣੀ ਨਾਲ ਜੋੜੀਏ। ਜੋ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਸੀ ਉਹਨਾਂ ਦੀ ਵੀ ਇਹੀ ਸੋਚ ਸੀ ਕਿ ਹਰੇਕ ਬੱਚੇ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਆਉਣੀ ਚਾਹੀਦੀ ਸੀ। ਤੇ ਸਾਡਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਦੋਂ ਡੇਰਾ ਵੀ ਦੇਖਦੇ ਹਾਂ, ਪਿੰਡ ਬੱਲਾਂ ਵਿਖੇ ਵੀ ਜਾਂਦੇ ਹਾਂ, ਉਹਨਾਂ ਨੇ ਉਸ ਟਾਈਮ ਦੇ ਸਮੇਂ ਲਿਖਤਾ ਸੀ ਕਿ ਡੇਰਾ ਰਵਿਦਾਸੀਆਂ ਦਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀ ਇਸ ਅਸਥਾਨ ਦੇ ਪਿੰਡ ਬੱਲਾਂ ਤੋਂ ਔਰ ਡੇਰਾ ਸੱਚਖੰਡ ਬੱਲਾਂ ਤੋਂ ਬੱਲਾਂ ਟੀਵੀ ਚੈਨਲ ਵਾਲੇ ਕੈਪਚਰ ਕਰਦੇ ਪ੍ਰੋਗਰਾਮ ਨੂੰ ਸਾਰਾ ਹੀ ਦੇਖਦੇ ਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡੇ ਸਨਮੁਖ ਰੱਖਿਆ ਇਹ ਜੋ ਬੇਰੀ ਹੈ, ਇੱਥੇ ਬਹੁਤ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ,
ਬਹੁਤ ਲੋਕ ਆਉਂਦੇ ਆ, ਸੁੱਖਣਾ ਸੁੱਖ ਕੇ ਜਾਂਦੇ ਆ। ਤੁਸੀਂ ਦੇਖਦੇ ਹੋਗੇ ਕਿ ਇਸ ਬੇਰੀ ਤੇ ਵਿੱਚੋਂ ਪੂਰਨ ਰੂਪ ਵਿੱਚੋਂ ਖਾਲੀ ਹੈ ਤਹਾਂ ਤੱਕ, ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਨੂੰ ਬਹੁਤ ਮਿੱਠੇ ਮਿੱਠੇ ਬੇਰ ਲੱਗਦੇ, ਥੱਲੇ ਲੱਗੀ ਹੋਈ ਆ। ਲਗਭਗ ਇਸ ਨੂੰ 150-200 ਸਾਲ ਹੋ ਗਏ ਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਦੀ ਸ਼ਕਤੀ ਵਾਲੀ ਬੇਰੀ ਆ। ਇੱਥੇ ਲਗਭਗ ਮੈਨੂੰ 15-20 ਸਾਲ ਹੋ ਗਏ ਹੋਣੇ ਆ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅਸਥਾਨ ਤੇ ਮੈਂ ਜਦੋਂ ਦਾ ਆਇਆ, ਜਦੋਂ ਦਾ ਦੇਖਦਾ, ਇਸ ਮੰਦਿਰ ਦਾ ਨੀਂਹ ਪੱਥਰ ਵੀ ਸੰਨ 2003 ਦੇ ਵਿੱਚ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਇਸ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ। 2004 ਦੇ ਵਿੱਚ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਨੇ ਇਸ ਮੰਦਿਰ ਦਾ ਉਦਘਾਟਨ ਕੀਤਾ ਸੀ। ਉਸ ਟਾਈਮ ਦੇ ਸਮੇਂ ਦਾਸ ਨੇ ਇਸ ਬੱਲਾ ਟੀਵੀ ਚੈਨਲ ਤੋਂ ਇਹ ਪ੍ਰੋਗਰਾਮ ਕੈਪਚਰ ਕੀਤਾ ਸੀ ਕਿ ਉਸ ਵੇ ਸਮੇਂ ਦਾਸ ਵੀ ਥੋੜ੍ਹਾ ਬਹੁਤਾ ਕੈਮਰਾ ਚਲਾ ਲੈਂਦਾ ਸੀਗਾ। ਉਦੋਂ ਮਹਾਰਾਜ ਜੀ ਰਾਮਾਨੰਦ ਜੀ ਕਹਿੰਦੇ ਸਨ ਕਿ ਸਾਰੇ ਹੀ ਜਿੰਨੇ ਵੀ ਡੇਰੇ ਦੇ ਸੇਵਾਦਾਰ ਉਹਨਾਂ ਨੂੰ ਕੁਛ ਨਾ ਕੁਛ ਆਉਣਾ ਚਾਹੀਦਾ ਸੀ। ਉਹਨਾਂ ਦੀ ਸੋਚ ਸੀ ਸਾਡੇ ਰਾਗੀ ਹੋਣੇ ਚਾਹੀਦੇ ਆ, ਸਾਡੇ ਚੈਨਲ ਹੋਣੇ ਚਾਹੀਦੇ ਆ, ਸਾਡਾ ਮੀਡੀਆ ਹੋਵੇ, ਸਾਡਾ ਸਾਰਾ ਕੁਝ ਹੋਵੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਡੇਰਾ ਸੱਚਖੰਡ ਬੱਲਾਂ ਦੇ ਜਿੰਨੇ ਵੀ ਸੇਵਾਦਾਰ ਆ ਉਹਨਾਂ ਨੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਕੋਲੋਂ ਕੋਈ ਨਾ ਕੋਈ ਗੁਣ ਸਿੱਖਿਆ ਹੋਇਆ ਸੀ। ਪਰ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੂੰ ਦਾ ਦੇਣ ਕਦੇ ਨਹੀਂ ਦੇ ਸਕਦੇ, ਉਹਨਾਂ ਦਾ ਦੇਣ ਕਦੇ ਨਹੀਂ ਭੁੱਲ ਸਕਦੇ ਜੋ ਰਵਿਦਾਸੀਆ ਸਮਾਜ ਨੂੰ ਜੋ ਕੁਝ ਸਾਡੇ ਵਾਸਤੇ ਦੇ ਕੇ ਗਏ ਆ। ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਆਪਣੀ ਜੀ ਜਾਨ ਲਾ ਕੇ ਰਵਿਦਾਸੀਆ ਸਮਾਜ ਦਾ ਇੱਕ ਪਲੇਟਫਾਰਮ ਬਣਾਇਆ ਕਿ ਉਹਨਾਂ ਨੂੰ ਇਕੱਠੇ ਕੀਤਾ, ਉਹਨਾਂ ਨੂੰ ਬਾਣੀ ਨਾਲ ਜੋੜਿਆ। ਕਿਹੜੇ ਜ਼ਿਲ੍ਹੇ ਦੇ ਵਿੱਚ, ਕਿਹੜੇ ਸ਼ਹਿਰ ਦੇ ਵਿੱਚ, ਕਿਹੜੇ ਬੱਚੇ ਨਾਲ ਨੇ ਉਹਨਾਂ ਨੇ, ਛੋਟੇ ਤੋਂ ਛੋਟੇ ਬੱਚੇ ਨਾਲ, ਵੱਡੇ ਤੋਂ ਵੱਡੇ ਬੁੱਧੀਜੀਵੀ ਨਾਲ, ਸਿਆਣਿਆਂ ਬੰਦਿਆਂ ਨਾਲ ਸਤਿਗੁਰੂ ਬਾਬਾ ਪਿੱਪਲ ਦਾਸ ਮਹਾਰਾਜ ਜੀ ਨੇ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਕੋਲੋਂ ਸਿੱਖਿਆ ਲਈ। ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਦੀ ਬਹੁਤ ਲੰਮੀ ਕਹਾਣੀ ਆ। ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਵੀ ਸੁਣਿਆ ਸੀ ਕਿ ਸਰਕਾਰੀ ਜੌਬ ਕਰਦੇ ਸੀ ਰੇਲਵੇ ਦੇ ਵਿੱਚ, ਤੇ ਉਹਨਾਂ ਨੇ ਨੌਕਰੀ ਛੱਡ ਦਿੱਤੀ ਕਿ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਜੀ ਦੀ ਸਿਹਤ ਕੁਛ ਢਿੱਲੀ ਰਹਿੰਦੀ ਸਨ। ਮੱਥਾ ਟੇਕਣ ਆਏ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਕੁਛ ਸਿਹਤ ਖਰਾਬ ਹੋਣ ਕਾਰਨ ਤੇ ਉਹਨਾਂ ਦੀ ਸੇਵਾ ਕੀਤੀ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ। ਤੇ ਸਤਿਗੁਰੂ ਸਵਾਮੀ ਹਰੀਦਾਸ ਮਹਾਰਾਜ ਨੇ ਉਸੇ ਵੇਲੇ ਕਹਿ ਦਿੱਤਾ ਸੀ ਕਿ ਰਾਮੇ ਅੱਜ ਤੋਂ ਬਾਅਦ ਤੂੰ ਘਰੇ ਨਹੀਂ ਜਾਣਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਦਿਨ ਤੋਂ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੇ ਆਪਣੀ ਜੀ ਜਾਨ ਲਾ ਕੇ ਮਿਹਨਤ ਕੀਤੀ। ਜੋ ਅੰਮ੍ਰਿਤ ਬਾਣੀ ਸਾਡੇ ਸਨਮੁਖ ਰੱਖੀ ਹੈ, ਸੰਗਤਾਂ ਵਿੱਚ ਸਨਮੁਖ ਰੱਖੀ ਹੈ, ਉਹਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਹੈ। ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਜਦੋਂ ਪ੍ਰੂਫ ਫਿਟਿੰਗ ਕਰਦੇ ਸੀ, ਬਾਹਰਲੀ ਬਾਣੀ ਇਕੱਠੀ ਕੀਤੀ ਆ, ਉਸ ਨੂੰ ਫਿਰ ਬਣਾਉਣ ਵਾਸਤੇ ਲਿਆਂਦਾ। ਤੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਜਿਹੜਾ ਇਹ ਗ੍ਰੰਥ ਤੁਸੀਂ ਤਿਆਰ ਕਰ ਰਹੇ ਹੋ ਬਹੁਤ ਵੱਡਾ ਗ੍ਰੰਥ ਬਣ ਜਾਊਗਾ, ਇਹਨੂੰ ਦੁਨੀਆ ਪੂਜਿਆ ਕਰੂਗੀ। ਤੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਨੂੰ ਕਹਿਣ ਲੱਗੇ ਕਿ ਇਸ ਮੰਦਿਰ ਨੂੰ, ਇਸ ਅੰਮ੍ਰਿਤ ਬਾਣੀ ਨੂੰ ਬਣਾਉਣ ਵਾਸਤੇ, ਪ੍ਰਚਲਿਤ ਕਰਨ ਵਾਸਤੇ, ਸੰਗਤਾਂ ਦੇ ਵਿੱਚ ਲਿਆਉਣ ਵਾਸਤੇ ਕਿਸੇ ਨੂੰ ਜਾਨ ਦੇਣੀ ਪਏਗੀ। ਤੇ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਨੇ ਇਹੀ ਗੱਲ ਕਹੀ ਸੀ, ਸਭ ਤੋਂ ਪਹਿਲਾਂ ਮੈਂ ਆਪਣਾ ਸਰੀਰ ਕਰੂੰਗਾ। ਕਿ ਸਤਿਗੁਰੂ ਸਵਾਮੀ ਰਾਮਾਨੰਦ ਮਹਾਰਾਜ ਨੇ ਅੱਜ ਆਪਣਾ ਸਾਰਾ ਜੀਵਨ ਰਵਿਦਾਸੀਆ ਸਮਾਜ ਦੇ ਲਿਖੇ ਲਾਇਆ। ਸਾਡੇ ਵੀ ਕੁਝ ਫਰਜ਼ ਬਣਦੇ ਆ ਕਿ ਅਸੀਂ ਉਹਨਾਂ ਦੇ ਕਹੇ ਹੋਏ ਪੂਰਨਤ ਚੱਲੀਏ। ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਨੇ ਕਿਸੇ ਨੇ ਨਹੀਂ ਦੇਖੇ, ਜਿਨ੍ਹਾਂ ਨੇ ਦੇਖੇ ਆ ਉਹਨਾਂ ਨੇ ਰੱਬ ਮੰਨਿਆ, ਉਹਨਾਂ ਨੂੰ ਪੂਰਨ ਮਹਾਪੁਰਸ਼ ਮੰਨਿਆ ਕਿ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਵਰਗਾ ਕੋਈ ਮਹਾਪੁਰਸ਼ ਦੁਨੀਆ ਤੇ ਨਹੀਂ ਹੋਣਾ। ਹੋਰ ਵੀ ਆਸ਼ਰਮ ਡੇਰਿਆਂ ਵਾਲੇ ਉਸ ਟਾਈਮ ਦੇ ਸਮੇਂ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਸਮੇਂ ਕਹਿੰਦੇ ਜੇ ਰੱਬ ਦੇ ਦਰਸ਼ਨ ਕਰਨੇ ਆ ਤੇ ਬੱਲਾਂ ਚਲੇ ਜਾਓ, ਜੇ ਰੱਬ ਦੇ ਦਰਸ਼ਨ ਕਰਨੇ ਆ ਸਤਿਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਕੋਲ ਜਾ ਕੇ ਦੇਖੋ। ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰੂ ਸਵਾਮੀ ਸਰਵਣ ਦਾਸ ਮਹਾਰਾਜ ਜੀ ਨੂੰ ਲੋਕ ਦੇਖਦੇ ਆ, ਡੰਡੌਤ ਬੰਦਨਾ ਕਰਦੇ ਆ। ਉਹਨਾਂ ਦਾ ਪੂਰਨ ਮਹਾਪੁਰਸ਼ਾਂ ਦਾ ਇਹ ਭਗਤੀ ਸੀ। ਅੱਜ ਜੋ ਵੀ ਕੁਝ ਹੈ ਸਾਡੇ ਕੋਲ ਰਵਿਦਾਸੀਆ ਸਮਾਜ ਕੋਲ, ਇਹ ਡੇਰਾ ਸੱਚਖੰਡ ਬੱਲਾਂ ਨੂੰ, ਰਵਿਦਾਸੀਆ ਸਮਾਜ ਨੂੰ ਤੋੜਨ ਵਾਲੇ, ਸਾਡੀ ਜੜ ਲਾਉਣ ਵਾਲੇ ਇੱਕ ਡੇਰਾ ਸੱਚਖੰਡ ਬੱਲਾਂ ਹੀ ਆ, ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਤੱਕ ਪਹੁੰਚਾਇਆ। ਔਰ ਮੈਂ ਇੱਕ ਵਾਰ ਫਿਰ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ, ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਕਰਦਾ ਆਪਣੇ ਸਮਿਆਂ ਵਿੱਚੋਂ ਸਮਾਂ ਕੱਢਿਆ। ਸਾਰੀ ਸੰਗਤ ਨੂੰ ਜੈ ਗੁਰਦੇਵ, ਧੰਨ ਗੁਰਦੇਵ।
ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਹੁਣੇ ਜੋ ਸ਼੍ਰੀਮਾਨ ਕਰਮਚੰਦ ਜੀ ਜੋ ਇਸ ਦਰਬਾਰ ਦੇ ਸੇਵਾਦਾਰ ਨੇ, ਮਹਾਰਾਜ ਜੀ ਦੇ ਹੁਕਮਾਂ ਦੇ ਅਨੁਸਾਰ ਇਸ ਦਰਬਾਰ ਦੇ ਉੱਤੇ ਸੇਵਾਵਾਂ ਨਿਭਾ ਰਹੇ ਨੇ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਪਾਂ ਦੇਖ ਰਹੇ ਹਾਂ ਬਹੁਤ ਹੀ ਸੁੰਦਰ ਦ੍ਰਿਸ਼ ਹੈ। ਆਪਾਂ ਦੇਖਿਆ ਹੈ ਕਿ ਆਪਾਂ ਡੇਰਾ ਬੱਲਾ ਵੀ ਦੇਖਿਆ ਹੈ ਕਿ ਉੱਥੇ ਵੀ ਲਾਗੇ ਨਹਿਰ ਹੈ, ਤੇ ਅੱਜ ਇਸ ਸਥਾਨ ਦੇ ਉੱਤੇ ਆਪਾਂ ਆਏ ਹਾਂ। ਇੱਥੇ ਵੀ ਦੇਖਦੇ ਹਾਂ ਕਿ ਨਹਿਰ ਕੋਲ ਹੈ। ਕਿੰਨਾ ਸੋਹਣਾ ਦ੍ਰਿਸ਼ ਹੈ, ਬਹੁਤ ਹੀ ਸੁੰਦਰ ਫੁੱਲ ਬੂਟੇ ਲੱਗੇ ਹੋਏ ਨੇ, ਦਰਖਤ ਲੱਗੇ ਹੋਏ ਨੇ, ਹਵਾ ਚੱਲ ਰਹੀ ਹੈ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਇਸ ਦਰਬਾਰ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਆਪ ਨੂੰ ਧੰਨਤਾ ਦੇ ਯੋਗ ਮਹਿਸੂਸ ਕਰ ਰਹੇ ਹਾਂ। ਦਾਸ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਦਰਬਾਰ ਦੇ ਉੱਤੇ ਆ ਕੇ ਜਿਨ੍ਹਾਂ ਨੇ ਹਾਲੇ ਤੱਕ ਇਸ ਦਰਬਾਰ ਦੇ ਦਰਸ਼ਨ ਦੀਦਾਰੇ ਨਹੀਂ ਕੀਤੇ, ਉਹਨਾਂ ਨੂੰ ਬੇਨਤੀ ਹੈ ਕਿ ਇਸ ਦਰਬਾਰ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਨ। ਇੱਥੇ ਆ ਕੇ ਦੇਖਣ ਕਿੰਨੀ ਮਨ ਨੂੰ ਸ਼ਾਂਤੀ ਮਿਲਦੀ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ। ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ।